ਤੋਂ ਰਹਿਤ ਹੈ, ਜਿਹਨੂੰ ਸਾਹਿਬ ਕਹਿੰਦੇ ਬੁਲਬੁਲਾ ਬਣ ਗਿਆ। ਬੁਲਬੁਲਾ ਤੋੜ ਦੋ, ਪਾਣੀ ਰਹਿ ਗਿਆ, ਸਮੁੰਦਰ ਰਹਿ ਗਿਆ, ਨਦੀ ਰਹਿ ਗਈ। ਬੁਲਬੁਲੇ ਦੇ ਬਣਨ ਟੁੱਟਣ ਦੇ ਨਾਲ ਉਹਨੂੰ ਪ੍ਰਭਾਵ ਫਰਕ ਨਹੀਂ ਪਿਆ ਉਹਦੀ ਹਸਤੀ ਨੂੰ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਜਗਤ ਦੀ ਰਚਨਾ ਵੀ ਇਸ ਤਰ੍ਹਾਂ ਹੈ, ਇਹਦੇ 'ਚ ਬਣਨਾ ਉਪਜਣਾ, ਉਪਜੈ ਨਿਪਜੈ ਨਿਪਜ ਸਮਾਈ, ਇਹ ਦਸਤੂਰ ਹੈ। ਐਸਾ ਨਹੀਂ ਹੋ ਸਕਦਾ ਕੋਈ ਉਪਜਿਆ ਹੋਏ ਨਿਪਜਿਆ ਨਾ ਹੋਏ। ਦੁਨੀਆ 'ਚ ਕੋਈ ਬੰਦਾ ਐਸਾ ਨਹੀਂ ਹੈ ਵੀ 1000 ਸਾਲ ਤੋਂ ਹੋਏ, ਲੱਖ ਸਾਲ ਤੋਂ ਹੋਏ। ਇੱਕ ਸਮਾਂ ਹੈ, ਇੱਕ ਸੀਮਾ ਹੈ, ਨਿਰਧਾਰਤ ਹੈ। ਕਾਲ ਦਾ ਪ੍ਰਭਾਵ ਹੈ, ਜਿਹਨੂੰ ਮੈਲ ਕਿਹਾ, ਮੈਲਾ ਮਲਤਾ ਇਹ ਸੰਸਾਰ। ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਤੋ ਉਹ ਨਿਰਲੇਪ ਹੈ ਪੂਰਨ ਤੌਰ 'ਤੇ। ਬਾਣੀ 'ਚ ਐਸੇ ਬੜੇ ਬਚਨ ਆਉਂਦੇ ਨੇ, ਪੋਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਸ਼ੀਸ਼ੇ ਨੂੰ ਤੋੜ ਸਕਦੇ ਹੋ, ਉਹਦੇ 'ਚ ਤਸਵੀਰ ਬਣੀ ਹੈ, ਅਕਸ਼ ਨਿਰਲੇਪ ਹੈ। ਫੁੱਲ ਦੇ ਵਿੱਚ ਖੁਸ਼ਬੂ ਹੈ, ਉਹ ਬੰਧਨ ਤੋਂ ਰਹਿਤ ਹੈ। ਫੁੱਲ ਦੀ ਪੰਖੜੀ ਹੱਥ ਨਾਲ ਮਸਲ ਸਕਦੇ ਹਾਂ, ਖੁਸ਼ਬੂ ਨੂੰ ਨਹੀਂ ਮਸਲ ਸਕਦੇ। ਉਹ ਪ੍ਰਗਟ ਹੋ ਰਹੀ ਹੈ, ਅਦ੍ਰਿਸ਼ ਹੈ, ਉਹਦਾ ਹੋਣਾ ਹੈ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਮੁਕਰ ਸ਼ੀਸ਼ਾ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਪਾਈ। ਗੁਰਦੇਵ ਕਹਿੰਦੇ ਮੈਲੇ ਮਲਤੇ ਸੰਸਾਰ 'ਚ ਨਾ ਇੱਕ ਪਾਸੇ ਤੋਂ ਦੂਜੇ ਪਾਸੇ ਭੱਜਾ ਫਿਰੀ, ਜੋ ਸਾਡੀ ਆਦਤ ਹੈ। ਧਨ ਵਾਸਤੇ ਭੱਜ ਨੱਠ ਕਰੀਏ, ਦੁਨੀਆ ਵਾਸਤੇ ਕਰੀਏ, ਰੱਬ ਵਾਸਤੇ ਭੱਜ ਨੱਠ ਨਹੀਂ ਹੈ ਵੀ ਇੱਥੇ ਨਹੀਂ ਹੈ ਉੱਥੇ ਹੋਏਗਾ। ਮੰਨ ਲਓ ਇੱਕ ਨੇਤਰਹੀਨ ਮਨੁੱਖ ਆਪਣੇ ਘਰੋਂ ਚੱਲਿਆ, ਦੂਰ 40-50 ਕਿਲੋਮੀਟਰ ਜਾ ਕੇ ਕਹਿੰਦਾ ਇੱਥੇ ਮੈਨੂੰ ਦਿਖਾਈ ਨਹੀਂ ਦੇ ਰਿਹਾ। ਭਾਈ ਘਰ ਦਿਖਾਈ ਦਿੰਦਾ ਸੀ, ਕਹਿੰਦਾ ਨਹੀਂ ਉੱਥੇ ਵੀ ਦਿਖਾਈ ਨਹੀਂ ਸੀ ਦਿੰਦਾ। ਜੇ ਭਾਈ ਤੈਨੂੰ ਘਰ ਦਿਖਾਈ ਨਹੀਂ ਦਿੱਤਾ, ਘਰੋਂ ਦੂਰ ਚਲਾ ਗਿਆ, ਉੱਥੇ ਵੀ ਦਿਖਾਈ ਨਹੀਂ ਦੇਣਾ। ਕਿਉਂਕਿ ਇਹ ਨਹੀਂ ਹੈ ਵੀ ਤੂੰ ਘਰ ਨਹੀਂ ਦੇਖ ਸਕਿਆ, ਬਾਹਰ ਆ ਕੇ ਦੂਰ ਜਾ ਕੇ ਦੇਖ ਸਕੇਗਾ। ਉਹਦੇ ਵਾਸਤੇ ਅੱਖ ਚਾਹੀਦੀ ਹੈ, ਜੋਤ ਚਾਹੀਦੀ ਹੈ। ਜੇ ਘਰ ਦਿਖ ਗਿਆ ਫਿਰ ਦੂਰ ਵੀ ਦਿਸ ਜਾਏਗਾ। ਜਿਹਨੇ ਜੀਵਨ 'ਚ ਮਾਣ ਲਿਆ ਉਹਦੇ ਵਾਸਤੇ ਹੈ ਸਰਵ ਵਿਆਪਕ। ਨਹੀਂ ਤੇ ਮਨੁੱਖ ਬਹੁਤ ਭੱਜ ਨੱਠ ਕਰਦਾ, ਥੱਕ ਜਾਂਦਾ ਸਰੀਰ, ਪ੍ਰਾਪਤੀ ਬਹੁਤੀ ਨਹੀਂ ਹੁੰਦੀ। ਤੋ ਮੇਰੇ ਸਾਹਿਬ ਕਹਿੰਦੇ ਉਹ ਇਸ ਤਰ੍ਹਾਂ ਨਹੀਂ ਹੈ, ਉਹ ਨਿਰਲੇਪ ਹੈ ਬਿਲਕੁਲ। ਹਾਂ, ਉਹਦੀ ਮੌਜੂਦਗੀ ਸਹਿਜੇ ਸਹਿਜੇ ਜੀਵਨ 'ਚੋਂ ਲੱਭਣੀ ਪੈਣੀ ਹੈ, ਮਾਲਕ ਦੀ, ਉਹਦੀ। ਹਾਂ, ਉਹ ਨਿਰਲੇਪ ਹੈ, ਮੈਲ ਤੋਂ ਰਹਿਤ ਹੈ। ਰੱਬ ਦੇ ਪਿਆਰੇ ਵੀ ਐਸੇ ਹੋਏ। ਸਿਧਾਰਥ ਇੱਕ ਰਾਜਾ ਜੰਮਿਆ ਸੀ ਪਰ ਬੁੱਧ ਹੋ ਗਿਆ, ਉਹਦੀ ਮੌਜੂਦਗੀ, ਉਹਦਾ ਧਿਆਨ। ਕਬੀਰ ਜੀ ਇੱਕ ਜੁਲਾਹਿਆਂ ਦੇ ਘਰ ਜੰਮੇ ਸੀ ਪਰ ਰਾਮ ਹੋ ਗਏ, ਇੱਕ ਰੂਪ ਹੋ ਗਏ ਉਹਦਾ। ਹਟ ਗਿਆ ਪ੍ਰਭਾਵ ਮੈਲ ਦਾ, ਬਾਹਰ ਦਾ, ਅੰਜਣ ਦਾ। ਉਹਦੀ ਮੌਜੂਦਗੀ ਨੂੰ ਜੋ ਭਗਤ ਜੀ ਕਹਿ ਰਹੇ ਨੇ ਮਾਣਿਆ ਹੈ। ਜਿਹੜਾ ਮਾਲਕ ਨਿਰਲੇਪ, ਮੈਲ ਤੋਂ ਰਹਿਤ, ਮਾਇਆ ਦੇ ਰਜ ਗੁਣ, ਤਮ ਗੁਣ, ਸਤ ਗੁਣ ਤੋਂ ਰਹਿਤ। ਤੋ ਪਰਮਲਿਓ ਬੈਠੋ ਰੀ ਆਈ। ਪਰਮਲਿਓ ਦਾ ਅਰਥ ਹੈ ਖੁਸ਼ਬੂ। ਬੈਠੋ ਰੀ ਆਈ ਹੈ ਵੈਗਰੂ ਮੈਲ ਤੋਂ ਰਹਿਤ, ਪਰ
ਬਹੁਤ ਪਰਮਲਿਓ ਖੁਸ਼ਬੂ ਨਾਲ ਭਰਿਆ, ਸਭ ਥਾਵਾਂ ਤੇ ਬੈਠਾ, ਮੈਲਾ ਨਹੀਂ ਹੋਇਆ। ਸਾਧ ਵਿੱਚ ਰੱਬ ਤੇ ਚੋਰ ਦੇ ਵਿੱਚ ਉਹਦੀ ਆਤਮਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਡਾਕੂ ਹੈ, ਚੋਰ ਹੈ, ਉਹਦੇ 'ਚ ਆਤਮਾ ਜਿਹੜੀ ਹੈ ਉਹ ਮੈਲੀ ਹੋ ਗਈ। ਜਾਂ ਇਹ ਨਹੀਂ ਕਹਿ ਸਕਦੇ ਵੀ ਚੋਰ ਡਾਕੂ 'ਚ ਨਹੀਂ ਹੈ, ਸਾਧੂ 'ਚ ਹੈ ਮੌਜੂਦ ਹੈ। ਚੰਗੇ ਮੰਦੇ ਸਭ ਦੇ ਵਿੱਚ ਉਹਦੀ ਜੋਤ ਹੈ। ਸਾਹਿਬ ਕਹਿੰਦੇ ਮੂਰਖ ਸਿਆਣੇ ਵਿੱਚ ਉਹ ਮੌਜੂਦ ਹੈ, ਰੰਕ ਰਾਓ ਦੇ ਵਿੱਚ ਮੌਜੂਦ ਹੈ। ਬਸ ਐਸਾ ਕਹਿ ਸਕਦੇ ਹਾਂ, ਸਾਧ ਕੌਣ ਬਣ ਗਿਆ, ਚੋਰ ਕੌਣ ਬਣ ਗਿਆ। ਸਾਧ ਉਹ ਬਣ ਗਿਆ ਜਿਸ ਨੇ ਉਹਦੀ ਮੌਜੂਦਗੀ ਨੂੰ, ਨਿਰਲੇਪਤਾ ਨੂੰ ਮਾਣ ਲਿਆ। ਚੋਰ ਉਹ ਬਣ ਗਿਆ ਜਿਹਨੇ ਮਹਿਸੂਸ ਹੀ ਨਹੀਂ ਕੀਤਾ, ਜਿਹਨੇ ਉਹਦੀ ਲਖਤਾ ਹੀ ਨਹੀਂ ਕੀਤੀ, ਜਿਹਨੇ ਉਹਦੀ ਹੋਂਦ ਦੀ ਸਵੀਕਾਰ ਨਹੀਂ ਕੀਤੀ ਜੀਵਨ 'ਚ। ਪਛਾਣਿਆ ਨਹੀਂ, ਮੈਲ ਲੱਗ ਗਈ। ਪਛਾਣ ਲਿਆ, ਸੋਈ ਜਾਣੈ ਸੋਈ ਪਛਾਣੈ, ਜਾ ਕੋ ਨਦਰ ਸਿਰੰਦੇ। ਹਾਂ, ਜਿਹੜੇ ਨਦਰ ਦੇ ਪਾਤਰ ਬਣੇ, ਨਿਰਲੇਪ ਨੇ। ਪਰਮਲਿਓ ਬੈਠੋ ਰੀ ਆਈ, ਉਹ ਮਾਲਕ ਵਾਹਿਗੁਰੂ ਮੈਲ ਤੋਂ ਰਹਿਤ ਸਭ ਥਾਵਾਂ ਤੇ ਬੈਠਾ। ਸੂਰਜ ਦੀਆਂ ਕਿਰਨਾਂ ਪਈਆਂ ਉਹ ਗੰਦਗੀ ਦੇ ਢੇਰ, ਪਰ ਉਹ ਗੰਦੀਆਂ ਨਹੀਂ ਹੋਈਆਂ। ਪਾਣੀ 'ਚ ਪੈ ਗਈਆਂ, ਉਹ ਗਿੱਲੀਆਂ ਨਹੀਂ ਹੋਈਆਂ। ਫੁੱਲਾਂ 'ਤੇ ਪੈ ਗਈਆਂ ਤਾਂ ਵੀ ਉੱਦਾਂ ਹੈ, ਨਿਰਲੇਪ ਹੈ ਬਿਲਕੁਲ। ਮਾਲਕ ਵਾਹਿਗੁਰੂ ਵੀ ਇਸੇ ਤਾਂ ਨਿਰਲੇਪ ਹੈ, ਮੌਜੂਦ ਹੈ। ਗਹਿਣਾ ਟੁੱਟ ਗਿਆ, ਸੋਨਾ ਰਹਿ ਗਿਆ, ਉਹਨੂੰ ਫਰਕ ਨਹੀਂ ਪਿਆ। ਆਕਾਰ ਟੁੱਟ ਗਿਆ, ਆਕਾਰ ਬਦਲ ਗਿਆ, ਸੋਨਾ ਤੇ ਰਹਿ ਹੀ ਗਿਆ। ਭਾਂਡਾ ਟੁੱਟ ਗਿਆ, ਮਿੱਟੀ ਤੇ ਰਹਿ ਹੀ ਗਈ ਹੈ, ਕਿੱਥੇ ਜਾਏਗੀ। ਉਹਦੀ ਹੋਂਦ ਰਹਿ ਗਈ ਹੈ। ਬਾਹਰੀ ਆਕਾਰ ਦੇ ਵਿੱਚ ਵਾਧ ਘਾਟ ਹੈ, ਮੇਰੇ ਸਾਹਿਬ ਕਹਿੰਦੇ। ਉਹਦੀ ਹੋਂਦ ਨੂੰ, ਹਸਤੀ ਨੂੰ ਜਿਹੜਾ ਬੈਠਾ ਸਭ ਥਾਵਾਂ ਤੇ, ਮੈਲ ਰਹਿਤ, ਅਛੋ, ਨਿਰਲੇਪ, ਲਿਬੜਦਾ ਨਹੀਂ ਹੈ। ਤਾਂ ਹੀ ਭਗਤ ਜੀ ਕਹਿੰਦੇ ਉਹਦੇ ਤੇ ਕੋਈ ਲਾਛਣ ਨਹੀਂ ਲਾਇਆ ਜਾ ਸਕਦਾ, ਦਾਗ ਨਹੀਂ ਲਾਇਆ ਜਾ ਸਕਦਾ। ਉਸ ਮਾਲਕ ਵਾਹਿਗੁਰੂ ਤੇ ਕੀ ਕਰਾਂਗੇ। ਤਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਸਾਡਾ ਕੀ ਜ਼ੋਰ ਹੈ ਉਹਦੇ ਤੇ, ਕੀ ਲਾਂਛਣ ਲਾਵਾਂਗੇ ਉਹਦੇ ਤੇ ਜਿਹਦੇ 'ਚ ਮੈਲ ਹੀ ਨਹੀਂ। ਜਿਹੜਾ ਪਰਮਲਿਓ ਹੈ, ਖੁਸ਼ਬੂ ਗੁਣਾਂ ਨਾਲ ਭਰਿਆ ਹੋਇਆ ਪ੍ਰਕਾਸ਼ ਰੂਪ। ਤੋ ਭਗਤ ਜੀ ਕਹਿੰਦੇ ਪਰਮਲਿਓ ਬੈਠੋ ਰੀ ਆਈ, ਬੈਠੋ ਮੌਜੂਦਗੀ। ਕਿਹੜਾ ਥਾਂ ਹੈ ਜਿੱਥੇ ਉਹ ਨਿਰਲੇਪ ਵਾਹਿਗੁਰੂ ਦੀ ਮੌਜੂਦਗੀ ਨਹੀਂ ਹੈ, ਦੱਸੋ। ਬੈਠਾ ਹੈ, ਮੌਜੂਦ ਹੈ, ਹਾਜ਼ਰ ਨਾਜ਼ਰ ਹੈ। ਪਰ ਸਾਹਿਬ ਕਹਿੰਦੇ ਆਵਤ ਕਿਨੈ ਨਾ ਪੇਖਿਓ, ਕਵਨੈ ਜਾਣੈ ਰੀ ਬਾਈ। ਬਾਈ ਦਾ ਅਰਥ ਭੈਣ, ਸੰਬੋਧਨ ਹੈ ਭਗਤ ਨਾਮਦੇਵ ਜੀ ਨੇ ਬਾਣੀ 'ਚ ਕੀਤਾ। ਤੋ ਭਗਤ ਜੀ ਕਹਿੰਦੇ ਵੀ ਦੇਖੋ ਆਵਤ ਕਿਨੈ ਨਾ ਪੇਖਿਓ। ਆਪਾਂ ਕਹਿੰਦੇ ਫਲਾਣੇ ਤਰੀਕ ਨੂੰ ਜਨਮ ਦਿਨ ਹੋਇਆ ਸੀ, ਇਹ ਤਰੀਕ ਨੂੰ ਜਨਮ ਹੋਇਆ ਸੀ, ਇਹ ਤਰੀਕ ਨੂੰ ਚਲਿਆ ਗਿਆ ਸੀ। ਆਪਾਂ ਕੋਈ ਬੰਦਾ ਚਲਿਆ ਜਾਂਦਾ, 2 ਤਰੀਕਾਂ ਲਿਖਦੇ ਉਹਦੀ ਤਸਵੀਰ ਥੱਲੇ। ਆਇਆ ਹੈ ਇੰਨੇ ਨੂੰ, ਯਾਤਰਾ ਪੂਰੀ ਕਰਕੇ ਇੰਨੀ ਨੂੰ ਗਿਆ। ਕਿਉਂਕਿ ਇਹ ਆਵਣ ਜਾਣ ਹੀ ਖੇਲ ਰਚਾਇਆ, ਆਗਿਆਕਾਰੀ ਕੀਨੀ ਮਾਇਆ। ਤੋ ਐਸਾ ਆਪਾਂ ਦੇਖਦੇ ਹਾਂ, ਹੁੰਦਾ ਹੈ, ਆਇਆ ਹੈ, ਗਿਆ ਹੈ। ਇਹ ਰੂਪ ਨਾਲ ਸੰਬੰਧਿਤ ਹੈ, ਇਹ ਆਕਾਰ ਨਾਲ ਸੰਬੰਧਿਤ ਹੈ, ਇਹ ਸੰਸਾਰ ਨਾਲ ਸੰਬੰਧਿਤ ਹੈ, ਇਹ ਜੀਆਂ ਜਨਤਾ ਨਾਲ ਸੰਬੰਧਿਤ ਹੈ,
ਐਸਾ ਨਹੀਂ ਕਹਿ ਸਕਦੇ ਫਲਾਣੇ ਯੁੱਗ 'ਚ ਰੱਬ ਆਇਆ ਫਲਾਣੇ ਚਲਾ ਗਿਆ, ਵੀ ਕਲਯੁੱਗ ਆਇਆ ਹੁਣ ਚਲਾ ਗਿਆ। ਐਸਾ ਨਹੀਂ, ਇਹ ਗੁਰਮਤ ਦਾ ਸਿਧਾਂਤ ਨਹੀਂ ਹੈ, ਇਹ ਬਾਣੀ ਦੇ ਸੰਕਲਪ ਨਹੀਂ ਹੈ ਸਾਨੂੰ, ਪਰ ਪਕੜੇ ਨੇ ਅਸੀਂ ਆਪਣੇ ਬਚਾਅ ਵਾਸਤੇ, ਕਿਉਂਕਿ ਐਸੇ ਕਲਯੁੱਗ ਦੇ ਸ਼ਬਦਾਂ ਦੀ ਆੜ 'ਚ ਅਸੀਂ ਆਪਣੀ ਜ਼ਿੰਮੇਦਾਰੀ ਤੋਂ ਬਚ ਜਾਂਦੇ ਹਾਂ। ਪਰ ਸਾਹਿਬ ਕਹਿੰਦੇ ਆਵਤ ਕਿੰਨੇ ਨਾ ਪੇਖਿਓ ਕਵਨੇ ਜਾਣੈ ਰੀ ਬਾਈ। ਉਹ ਨਾ ਕਿਸੇ ਨੇ ਉਹਨੂੰ ਆਉਂਦਾ ਵੇਖਿਆ, ਨਾ ਕਿਸੇ ਨੇ ਜਾਂਦਾ ਵੇਖਿਆ, ਭਾਵ ਉਹ ਆਵਣ ਜਾਣ 'ਚ ਨਹੀਂ ਹੈ, ਉਹ ਜੰਮਣ ਮਰਨ 'ਚ ਨਹੀਂ ਹੈ। ਕਦੇ ਸੂਰਜ ਨਹੀਂ ਸੀ ਬਣਿਆ, ਕਦੇ ਨਹੀਂ ਹੋਏਗਾ। ਧਰਤੀ ਨਹੀਂ ਸੀ ਕਦੇ ਬਣੀ ਹੈ, ਕਦੇ ਨਹੀਂ ਹੋਏਗੀ। ਇਹ ਨਿਯਮ ਹੈ ਪ੍ਰਕਿਰਤੀ ਦਾ, ਇਹ ਲਾਗੂ ਹੈ ਸਭ ਤੇ। ਪਰ ਕਿਰਤ ਦੇ ਨਿਯਮ ਕਰਤੇ ਤੇ ਲਾਗੂ ਨਹੀਂ ਹੁੰਦੇ। ਸਾਹਿਬ ਕਹਿਣ ਲੱਗੇ ਸਭਨਾ ਲਿਖਿਆ ਵੁੜੀ ਕਲਾਮ। ਠੀਕ ਹੈ, ਲਗਾਤਾਰ ਚੱਲ ਰਹੀ ਕਲਮ ਨਾਲ ਸਭ ਦੇ ਲੇਖੇ ਲਿਖੇ ਨੇ, ਪਰ ਉਹ ਲੇਖੇ 'ਚ ਨਹੀਂ ਹੈ। ਮਾਲਕ ਵਾਹਿਗੁਰੂ ਨਿਰਗੁਣ ਸਰੂਪ ਕਰਤਾ ਹੈ ਜਿਹੜਾ, ਉਹਨੂੰ ਨਾ ਕਦੇ ਲੇਖੇ 'ਚ ਬੰਨ ਲਿਓ ਵੀ ਫਲਾਣੀ ਤਰੀਕ ਨੂੰ ਆਇਆ ਗਿਆ। ਹਾਂ, ਦੁਨੀਆ ਦੇ ਪੀਰ ਫਕੀਰ ਮਹਾਂਪੁਰਖ ਉਹਨਾਂ ਬਾਰੇ ਵੀ ਆਪਾਂ ਕਹਿੰਦੇ ਸਰੀਰ ਕਰਕੇ ਇਦੋਂ ਆਏ, ਇਸ ਤਰੀਕ ਨੂੰ ਗਏ। ਜਿੰਨੇ ਵੀ ਮਹਾਂਪੁਰਖ ਫਕੀਰ ਪੀਰ ਰੱਬ ਦੇ ਪਿਆਰੇ, ਪਰ ਰੱਬ ਬਾਰੇ ਨਹੀਂ ਕਿਹਾ ਜਾ ਸਕਦਾ। ਹਾਂ, ਪੀਰਾਂ ਫਕੀਰਾਂ ਦੀ ਜੀਵਨ ਗਾਥਾ ਮਿਲਦੀ ਹੈ, ਆਤਮ ਗਾਥਾ ਮਿਲਦੀ ਹੈ, ਪਰਮਾਤਮਾ ਦੀ ਕੋਈ ਜੀਵਨੀ ਨਹੀਂ ਮਿਲਦੀ। ਉਹ ਕਿਤਾਬ ਨੂੰ ਸੱਚ ਨਾ ਜਾਣ ਲਿਓ, ਜੇ ਤੁਹਾਨੂੰ ਮਿਲ ਜਾਏ ਕਦੇ ਉਹਨੂੰ ਸੁੱਟ ਦਿਓ। ਪਰਮਾਤਮਾ ਦੀ ਕੋਈ ਜੀਵਨੀ ਨਹੀਂ ਹੈ, ਪਰਮਾਤਮਾ ਦੀ ਕੋਈ ਜੀਵਨ ਗਾਥਾ ਨਹੀਂ ਹੈ। ਉਹਦੇ ਵਾਸਤੇ ਤੇ ਫਿਰ ਸਮਾਂ ਚਾਹੀਦਾ, ਸਥਾਨ ਚਾਹੀਦਾ। ਉਹਨੂੰ ਐਸਾ ਨਹੀਂ ਹੈ, ਪਰਮਾਤਮਾ ਦਾ ਇਤਿਹਾਸ ਨਹੀਂ ਹੋ ਸਕਦਾ। ਕੁਦਰਤ ਕਾਇਨਾਤ ਮਨੁੱਖ ਦਾ ਇਤਿਹਾਸ ਹੋ ਸਕਦਾ ਵੀ 2 ਲੱਖ ਪੁਰਾਣਾ ਹੈ ਬੰਦਾ, ਜਾਂ ਇੰਨੇ ਸਾਲ ਪੁਰਾਣਾ ਹੈ। ਪ੍ਰਕਿਰਤੀ ਕੁਦਰਤ ਰੁੱਖ ਇੰਨੇ ਸਾਲ ਪੁਰਾਣੇ ਨੇ। ਬੰਦੇ ਬਾਰੇ ਕਿਹਾ ਜਾ ਸਕਦਾ, ਇਤਿਹਾਸ ਹੈ ਸਾਡੇ ਕੋਲ, ਸਰੋਤ ਨੇ, ਖੋਜ ਕਰ ਰਹੇ ਹਾਂ। ਰੱਬ ਕੋਈ ਇਤਿਹਾਸਕ ਘਟਨਾ ਨਹੀਂ ਹੈ, ਉਹਦੀ ਕੋਈ ਹਿਸਟਰੀ ਨਹੀਂ ਮਿਲਦੀ। ਜੇ ਕਿਸੇ ਨੇ ਬਣਾਈ ਹੈ ਉਹਦੇ ਤੋਂ ਵੱਡਾ ਝੂਠ ਨਹੀਂ ਹੈ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਹੇ, ਬੇਖਬਰ ਬਾਦ ਬਕਾਹੇ। ਉਹ ਬੇਖਬਰ ਨੇ, ਦਰੋਗ ਹੈ, ਉਹ ਝੂਠ ਹੈ, ਭਗਤ ਕਬੀਰ ਜੀ ਕਹਿੰਦੇ ਨੇ। ਤੋ ਇਸ ਵਾਸਤੇ ਸਾਹਿਬ ਕਹਿੰਦੇ ਆਵਤ ਕਿਨੇ ਨਾ ਪੇਖਿਓ, ਨਾ ਉਹਨੂੰ ਆਉਂਦਾ ਵੇਖਿਆ। ਕਵਣੇ ਜਾਣੈ ਰੀ ਬਾਈ, ਉਹਨੂੰ ਜਾਂਦਾ ਵੀ ਕਿਸੇ ਨੇ ਵੇਖਿਆ ਨਹੀਂ। ਬਾਕੀ ਸਭ ਕੁਝ ਆਵਣ ਜਾਣ ਹੈ, ਪਰ ਉਹ ਮਾਲਕ ਨਹੀਂ। ਬਾਕੀ ਸਭ ਕੁਝ ਲੇਖੇ 'ਚ ਹੈ। ਭੈ ਮੈਂ ਰਚਿਓ ਸਭ ਸੰਸਾਰਾ। ਗੁਰਦੇਵ ਕਹਿੰਦੇ ਸਭ ਭੈ ਵਿੱਚ ਹੈ, ਜਿੰਨਾ ਕੁਝ ਲੇਖੇ 'ਚ ਹੈ। ਭਗਤ ਜੀ ਅੱਗੇ ਆਖਦੇ ਨੇ ਕੌਣ ਕਹਿ ਕਿਨ ਬੁਝੀਐ ਰਮਈਆ ਆਕੁਲ ਰੀ ਬਾਈ। ਰਹਾਓ, ਕੌਣ ਕਹਿ ਸਕਦਾ ਹੈ ਮਾਲਕ ਬਾਰੇ? ਜਿਹੜਾ ਦਾਵਾ ਕਰਦਾ ਹੈ ਉਹ ਝੂਠਾ ਹੈ। ਪਰਮਾਤਮਾ ਬਾਰੇ, ਰੱਬ ਬਾਰੇ ਤਾਂ ਹੀ ਜਿਹੜੇ ਉਹਦੇ 'ਚ ਸਮਾ ਗਏ ਉਹਨਾਂ ਨੇ ਦਾਵਾ ਨਹੀਂ ਕੀਤਾ ਕੋਈ, ਸਗੋਂ ਮਿਟ ਗਏ। ਆਪੇ ਨੂੰ ਉਹਦੇ ਵਿੱਚ ਅਭੇਦ ਕਰ ਦਿੱਤਾ, ਸੰਪੂਰਨਤਾ ਹੋ ਗਈ। ਤੋ ਕੌਣ ਕਹਿ ਸਕਦਾ ਹੈ ਮਾਲਕ ਵਾਹਿਗੁਰੂ ਬਾਰੇ? ਕਿਨ ਬੁਝੀ ਹੈ, ਕਿੰਨੇ ਬੁਝਿਆ?
ਬੰਦੇ ਕੋਲ ਕਿੰਨੀ ਕੁ ਬੁੱਧੀ ਦੀ ਤਾਕਤ ਹੋਏਗੀ, ਦਿਮਾਗ ਹੋਏਗਾ, ਅੱਖਰ ਹੋਣਗੇ। ਮੇਰੇ ਸਾਹਿਬ ਕਹਿੰਦੇ ਚਲੋ ਕਿੰਨੇ ਕੁ ਕਾਗਜ਼ ਸਿਆਹੀ ਵਰਤੇਗਾ। ਕਬੀਰ ਜੀ ਨੇ ਤਾਂ ਐਸਾ ਵੀ ਕਿਹਾ ਵੀ ਚਲੋ ਸਿਆਹੀ ਮੁੱਕ ਸਕਦੀ ਹੈ, 7 ਸਮੁੰਦਰ ਨੇ, ਉਹਦੀ ਕੋਈ ਸਿਆਹੀ ਬਣਾ ਲਏ, ਧਰਤੀ ਨੂੰ ਕਾਗਜ਼ ਬਣਾ ਲਏ, ਜਿੰਨੇ ਰੁੱਖ ਨੇ ਉਹਦੀਆਂ ਕਲਮਾਂ ਬਣਾ ਲਏ। ਕਬੀਰ 7 ਸਮੁੰਦਰ ਮਸ ਕਰੂੰ, ਕਲਮ ਕਰੂੰ ਬਨ ਰਾਏ। ਬਸੁਦਾ, ਬਸੁਦਾ ਕਹਿੰਦੇ ਨੇ ਧਰਤੀ ਨੂੰ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਉਹ ਤਾਂ ਹੀ ਗੁਰਦੇਵ ਨੇ ਬਾਣੀ ਦੇ ਅਖੀਰ 'ਚ ਲਿਖਿਆ, ਤੇਰਾ ਕੀਤਾ ਜਾਤੋ ਨਾਹੀ। ਇਹ ਨਹੀਂ ਕਹਿਤਾ ਵੀ ਮੈਂ ਜਾਣ ਲਿਆ। ਹਾਂ, ਦੁਨੀਆ ਦੇ ਧਰਮ ਗ੍ਰੰਥਾਂ 'ਚੋਂ ਸਭ ਤੋਂ ਵੱਡਾ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਵੇਦਾਂ ਦਾ ਸਰੂਪ ਏਡਾ ਵੱਡਾ ਨਹੀਂ ਹੈ, ਉਪਨਿਸ਼ਦ ਏਡੇ ਵੱਡੇ ਨਹੀਂ ਹੈ, ਕੁਰਾਨ ਪੁਰਾਣ ਦਾ ਸਰੂਪ ਛੋਟਾ ਹੈ। 1430 ਅੰਗ, ਪਰ ਪਿੱਛੇ ਕੀ ਲਿਖਿਆ ਸਾਹਿਬ ਨੇ? ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਇਹ ਬਹੁਤ ਵੱਡੀ ਬਾਤ ਹੈ। ਇਹ ਮਹਾਨਤਾ ਹੈ, ਸੱਚ ਜਾਣਿਓ, ਸਭ ਤੋਂ ਵੱਡੀ। ਮੇਰੇ ਸਾਹਿਬ ਕਹਿੰਦੇ ਧਰਤੀ ਕਾਗਜ਼ ਬਣ ਜਾਏ, ਹਰ ਜਸ ਲਿਖਣ ਨਾ ਜਾਏ। ਤਾਂ ਕਰਕੇ ਉਹਦਾ ਅੰਤ ਨਹੀਂ ਹੈ। ਤਾਂ ਹੀ ਕੋਈ ਸਿਆਣਾ ਵਿਦਵਾਨ ਲੇਖ ਲਿਖਦਾ ਹੈ, ਕੋਈ ਉਹ ਪਿੱਛੇ ਲਿਖ ਦਿੰਦਾ ਇਤੀ। ਜਿਹੜਾ ਸਿਆਣਾ ਕੋਈ ਹੁੰਦਾ ਹੈ, ਕੋਈ ਲੇਖ ਲਿਖਿਆ, ਕੋਈ ਖੋਜ ਕੀਤੀ ਵਿਸ਼ੇ ਦੀ, ਕਿਸੇ ਪ੍ਰਕਰਨ ਦੀ, ਉਹ ਪਿੱਛੇ ਇਤੀ ਲਿਖ ਦਿੰਦਾ। ਉਹਦਾ ਅਰਥ ਹੁੰਦਾ ਹੈ ਵੀ ਜਿੰਨੀ ਕੁ ਮੈਂ ਸਮਝ ਸੀ, ਮੈਂ ਖੋਜ ਕੀਤੀ, ਲਿਖ ਦਿੱਤਾ। ਇਹ ਵਿਸ਼ਾ ਅਜੇ ਹੋਰ ਵੀ ਹੈ, ਇਹ ਅੰਤ ਨਹੀਂ ਹੈ ਕੋਈ ਵੀ ਬਸ ਜੋ ਮੈਂ ਲਿਖ ਦਿੱਤਾ ਹੀ ਹੈ। ਸਿਆਣੇ ਲੇਖਕ ਇਸੇ ਤਰ੍ਹਾਂ ਕਰਦੇ ਨੇ। ਇਸ ਵਾਸਤੇ ਸਾਹਿਬ ਕਿਆ ਆਖਦੇ ਨੇ, ਕੌਣ ਕਹੈ ਕਿਨ ਬੂਝੀਐ। ਕੌਣ ਦਾਵਾ ਕਰੇਗਾ ਮੈਂ ਬੁੱਝ ਲਿਆ? ਕੌਣ ਪੂਰਾ ਕਹਿ ਸਕਦਾ? ਹਾਂ, ਉਹਦੇ 'ਚ ਸਮਾਇਆ ਜਾ ਸਕਦਾ ਹੈ, ਉਹਦੇ 'ਚ ਅਭੇਦਤਾ ਹੋ ਸਕਦੀ ਹੈ। ਬੂੰਦ ਸਾਗਰ 'ਚ ਸਮਾ ਸਕਦੀ ਹੈ, ਐਸਾ ਹੋ ਸਕਦਾ ਹੈ। ਸਮਾਈਆਂ ਨੇ, ਕਿੰਨੇ ਸਤਿਪੁਰਸ਼ ਜੀਵਨ ਕਰਕੇ ਸਮਾਏ ਨੇ ਉਹਦੇ 'ਚ। ਐਸਾ ਹੋ ਸਕਦਾ ਹੈ। ਪਰ ਐਸਾ ਹੋ ਸਕਦਾ ਹੈ ਕੋਈ ਨਦੀ ਤੁਰੀ ਹੋਏ ਹਿਮਾਲਿਆ ਤੋਂ, ਉਹ ਜਾ ਕੇ ਸਮੁੰਦਰ ਨੂੰ ਪਾਰ ਕਰ ਗਈ ਹੋਏ। ਨਦੀ ਸਮੁੰਦਰ 'ਚ ਲੀਨ ਹੋ ਸਕਦੀ ਹੈ, ਉਹਨੂੰ ਓਵਰਟੇਕ ਕਿੱਥੋਂ ਕਰੇਗੀ? ਉਹਦੇ 'ਚੋਂ ਪਾਰ ਕਿੱਦਾਂ ਲੰਘੇਗੀ? ਇਸੇ ਤਰ੍ਹਾਂ ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀ ਹੈ, ਉਹਦਾ ਅੰਤ ਨਹੀਂ। ਤੋ ਸਾਹਿਬ ਕਹਿੰਦੇ ਰਮਈਆ ਆਕੁਲ ਰੀ ਬਾਈ। ਰਾਮਈਆ ਰਮਿਆ ਹੋਇਆ ਮਾਲਕ ਸਭ ਥਾਵਾਂ ਤੇ, ਏਕ ਅਨੇਕੈ ਮਿਲ ਗਿਆ, ਏਕ ਸਮਾਨਾ ਏਕ। ਉਹ ਮਾਲਕ ਵਾਹਿਗੁਰੂ ਜਿਹੜਾ ਅਨੇਕਤਾ 'ਚ ਮਿਲਿਆ ਹੈ, ਇੱਕ ਹੈ, ਪਰ ਇੱਕ ਅਨੇਕਤਾ ਵਿੱਚ ਸਮਾ ਗਿਆ ਹੈ। ਜਿੰਨੀ ਅਨੇਕਤਾ ਹੈ ਉਸ ਇੱਕ ਕਰਕੇ ਹੈ ਸਾਹਿਬ। ਉਹਨੂੰ ਕਹਿੰਦੇ ਰਾਮਈਆ, ਰਮਿਆ ਹੋਇਆ, ਮੌਜੂਦ। ਤੋ ਕੌਣ ਕਹੈ ਕਿਨ ਬੂਝੀਐ। ਰਮਈਆ ਆਕੁਲ, ਆਕੁਲ ਜਿਹਦੀ ਕੁੱਲ ਨਹੀਂ ਹੈ। ਬੜਾ ਆਪਾਂ ਜਾਣਦੇ ਹਾਂ, ਫਲਾਣਾ ਇਸ ਕੁੱਲ 'ਚ ਆਇਆ, ਫਲਾਣਾ ਪੈਗੰਬਰ ਇਸ ਕੁੱਲ 'ਚ ਆਇਆ, ਫਲਾਣਾ ਦੇਵਤਾ ਇਸ ਕੁੱਲ 'ਚ ਆਇਆ ਹੈ। ਐਸਾ ਹੈ, ਰੱਬ ਦੀ ਕੀ ਕੁੱਲ ਕਹੀਏ? ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ।
ਕੁੱਲ ਵਾਸਤੇ ਮਾਂ ਚਾਹੀਦੀ ਹੈ, ਪਿਓ ਚਾਹੀਦਾ ਹੈ, ਪਰਿਵਾਰ ਚਾਹੀਦਾ ਹੈ। ਪਰ ਆਪਾਂ ਪੜ੍ਹਦੇ ਹਾਂ ਅਜੂਨੀ, ਉਹ ਤੇ ਜੂਨਾਂ 'ਚ ਹੀ ਨਹੀਂ ਆਉਂਦਾ। ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ, ਜਾਤ ਨਾ ਜਾਲਾ। ਮੇਰੇ ਸਾਹਿਬ ਆਖਦੇ ਨੇ ਉਹ ਅਮਰ ਹੈ, ਅਜੂਨੀ ਹੈ, ਜਾਤ ਦੇ ਜਾਲ ਬੰਧਨ 'ਚ ਨਹੀਂ ਹੈ। ਤਾਂ ਹੀ ਤੇ ਭਗਤਾਂ ਨੇ ਕਿਹਾ ਤੁਸੀਂ ਕਿਵੇਂ ਦਾਅਵਾ ਕਰਦੇ ਹੋ ਵੀ ਵਿਸ਼ੇਸ਼ ਜਾਤੀ, ਵਿਸ਼ੇਸ਼ ਵਰਨ, ਵਿਸ਼ੇਸ਼ ਫਿਰਕਾ ਹੀ ਉਹਦੀ ਪੂਜਾ ਕਰ ਸਕਦਾ ਹੈ। ਖਾਸ ਬੰਦੇ ਹੀ ਧਰਮ ਦਾ ਕਰਮ ਕਰ ਸਕਦੇ ਨੇ। ਤਾਂ ਹੀ ਕ੍ਰਾਂਤੀ ਲਿਆਂਦੀ ਹੈ ਭਗਤਾਂ ਨੇ, ਉਹਨੂੰ ਮਾਣਿਆ ਸੱਚ ਵਾਹਿਗੁਰੂ ਨੂੰ। ਤਾਂ ਹੀ ਭਗਤ ਰਵਿਦਾਸ ਨੇ ਲਲਕਾਰਿਆ ਸੀ ਐਸੇ ਹੰਕਾਰੀ ਲੋਕਾਂ ਨੂੰ, ਆਪਨ ਬਾਪੈ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ। ਤਾਂ ਹੀ ਭਗਤ ਰਵਿਦਾਸ ਜੀ ਕਹਿੰਦੇ ਪਰਮਾਤਮਾ ਕਿਸੇ ਬਾਪ ਕੁੱਲ ਦਾ ਨਹੀਂ ਹੈ, ਭਾਵਨ ਕੋ ਹਰ ਰਾਜਾ। ਭਾਵਨ ਪ੍ਰੇਮ, ਉਹਨੂੰ ਪ੍ਰੇਮ ਕੋਈ ਕਰ ਲੈ, ਇਸਤਰੀ ਕਰੇ, ਪੁਰਸ਼ ਕਰੇ, ਕਿਰਤੀ ਕਰੇ, ਸਾਧੂ ਕਰੇ। ਭਾਵਨ ਕੋ ਹਰ ਰਾਜਾ, ਉਤੇ ਉਹਦਾ ਸੰਬੰਧ ਤੇ ਪ੍ਰੇਮ ਨਾਲ ਹੈ, ਧਿਆਨ ਨਾਲ ਹੈ। ਤੇ ਪ੍ਰੇਮ ਤੇ ਧਿਆਨ ਕੋਈ ਕਿਰਿਆ ਨਹੀਂ ਹੈ। ਅਸੀਂ ਤੇ ਥੋੜ੍ਹਾ ਜਿਹਾ ਮੁਸ਼ਕਿਲ 'ਚ ਫਸ ਗਏ ਹਾਂ। ਅਸੀਂ ਨਾ ਧਿਆਨ ਨੂੰ ਕਿਰਿਆ ਬਣਾ ਲਿਆ। ਮੈਂ ਧਿਆਨ ਲਾਉਣਾ ਹੈ, ਮੈਂ ਧਿਆਨ ਕਰਨਾ ਹੈ। ਇਹ ਕਰਨਾ ਕਿਰਿਆ ਹੁੰਦੀ ਹੈ। ਧਿਆਨ ਕਿਰਿਆ ਤੋਂ ਅੱਗੇ ਚਲਾ ਜਾਣਾ ਹੈ। ਤੇ ਮੈਂ ਕਹਿੰਦਾ ਜਿੰਨਾ ਚਿਰ ਤੱਕ ਕਿਰਿਆ 'ਚ ਫਸੋਗੇ ਧਿਆਨ ਬਣਨਾ ਨਹੀਂ। ਜਿਵੇਂ ਬੰਦਾ ਕਹਿੰਦਾ ਨੀਂਦ ਆ ਜੇ ਆ ਜੇ ਆ ਜੇ, ਆਉਂਦੀ ਨਹੀਂ। ਜਦੋਂ ਇਸ ਗੱਲ ਨੂੰ ਭੁੱਲ ਜਾਂਦਾ ਹੈ, ਨੀਂਦ ਆ ਜਾਂਦੀ ਹੈ। ਸਾਡੀ ਮੁਸ਼ਕਲ ਇਹ ਹੈ ਅਸੀਂ ਧਿਆਨ ਨੂੰ ਕਿਰਿਆ ਬਣਾ ਲਿਆ। ਉੱਥੇ ਫਿਰ ਮੁਸ਼ਕਲ ਹੈ। ਕਿਰਿਆ ਨਹੀਂ ਹੈ, ਉਹ ਅਵਸਥਾ ਹੈ, ਉਹ ਪ੍ਰੇਮ ਹੈ। ਤੋ ਭਗਤਾਂ ਨੇ ਕਿ ਤਾਂ ਹੀ ਕਿਹਾ ਵੀ ਕਿਸੇ ਕੁੱਲ ਦਾ ਨਹੀਂ ਹੈ ਉਹ ਮਾਲਕ, ਕਿਸੇ ਬਰਾਦਰੀ ਦਾ ਨਹੀਂ ਹੈ, ਕਿਸੇ ਮਜ਼ਹਬ ਦਾ ਨਹੀਂ ਹੈ, ਕਿਸੇ ਫਿਰਕੇ ਦਾ ਨਹੀਂ ਹੈ, ਕਿਸੇ ਪੰਡਤ ਕਾਜੀ ਹਾਜੀ ਗਿਆਨੀ ਦਾ ਨਹੀਂ ਹੈ। ਉਹ ਤੇ ਏਕ ਅਨੇਕੈ ਰਮ ਰਿਹਾ, ਉਹ ਤੇ ਨੇਕਤਾ 'ਚ ਰਮਿਆ। ਉਹ ਸਰਬ ਵਿਆਪਕ ਹੈ। ਉਹ ਤੇ ਆਵਾਜ਼ ਦੇ ਦਿੰਦਾ, ਜੇ ਕੋਈ ਪ੍ਰੇਮ ਨਾਲ ਆਵਾਜ਼ ਮਾਰੇ, ਬੋਲਦਾ ਹੈ। ਆ ਬਾਣੀ ਹੈ ਜਿਹੜੀ, ਇਹ ਰੱਬ ਦੀਆਂ ਹੀ ਗੱਲਾਂ ਨਹੀਂ ਹੈ, ਰੱਬ ਦੇ ਨਾਲ ਗੱਲਾਂ ਨੇ। ਭਗਤਾਂ ਨੇ ਕੀਤੀਆਂ, ਗੁਰੂਆਂ ਨੇ ਕੀਤੀਆਂ। ਰੱਬ ਦੀਆਂ ਗੱਲਾਂ ਨਹੀਂ ਹੈ ਕੇਵਲ, ਰੱਬ ਨਾਲ ਗੱਲਾਂ ਨੇ। ਰੱਬ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ ਜੀ। ਹਾਂ ਹੈ ਫਲਾਣੇ ਥਾਂ ਤੇ ਬੈਠਾ ਹੈ, ਫਲਾਣੀ ਕੁੱਲ, ਕਿਸੇ ਨੇ ਕਿੱਦਾਂ ਬਣਾਈਆਂ, ਕਿਸੇ ਨੇ ਕਿੱਦਾਂ ਬਣਾਈਆਂ। ਪਰ ਉਹਦੇ ਨਾਲ ਗੱਲ ਕਰਨੀ ਔਖੀ ਹੈ। ਉਹ ਕੋਈ ਕੋਈ ਕਰਦਾ, ਉਹਦੀ ਸਾਧਨਾ ਸਫਲ ਹੋ ਗਈ ਬਸ। ਉੱਥੇ ਫਿਰ ਤਾਂ ਹੀ ਸਾਹਿਬ ਕਹਿੰਦੇ ਹੋ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਗੁਰੂ ਨਾਨਕ ਨੇ ਕਿਹਾ ਮੈਂ ਨਹੀਂ ਬੋਲ ਰਿਹਾ। ਮੁਹੰਮਦ ਸਾਹਿਬ ਨੇ ਜਦੋਂ ਬੋਲੇ ਸੀ ਹੈਰਾਨ ਹੋ ਗਏ, ਪੜ੍ਹੇ ਨਹੀਂ ਸੀ, ਅਨਪੜ੍ਹ ਸੀ। ਕਹਿਣ ਲੱਗੇ ਮੈਂ ਨਹੀਂ ਬੋਲਿਆ, ਮੈਨੂੰ ਪਤਾ ਹੀ ਨਹੀਂ। ਜਦੋਂ ਉਹਦੇ ਨਾਲ ਗੱਲ ਹੁੰਦੀ ਹੈ ਫਿਰ ਮੈਂ ਨਹੀਂ ਰਹਿ ਗਈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਤੋ ਸੌਖੀਆਂ ਨੇ ਰੱਬ ਦੀਆਂ ਗੱਲਾਂ ਕਰਨੀਆਂ। ਆਤਮਾ ਹੁੰਦੀ ਹੈ ਜੀ, ਰੱਬ ਹੈ ਜੀ, ਕਿੱਥੇ ਹੈ ਜੀ, ਸਾਡੇ ਅੰਦਰ ਹੈ ਜੀ। ਤੇ ਪ੍ਰਗਟ ਤੇ ਹੋਇਆ ਨਹੀਂ। ਨਾ ਜੀਵਨ 'ਚ ਆਇਆ, ਨਾ ਨਿਰਵੈਰਤਾ ਆਈ, ਨਾ ਸ਼ਾਂਤੀ ਆਈ, ਨਾ ਆਨੰਦ ਆਇਆ। ਕਹਿਣ ਨਾਲ ਨਹੀਂ ਹੈ। ਜਿਹਨੂੰ ਭਾਈ ਗੁਰਦਾਸ ਜੀ ਆਖਦੇ ਨੇ, ਅਗਨ ਅਗਨ ਕਹਿ ਸ਼ੀਤ ਨਾ ਵਿਨਾਸ਼ ਹੈ। ਕੋਈ ਬੰਦਾ ਅੱਗ ਅੱਗ ਕਹੀ ਜਾਏ ਕਹੀ ਜਾਏ, ਠੰਡ ਦੂਰ ਨਹੀਂ ਹੋਣੀ। ਦਰਬ ਦਰਬ ਕਹਿ ਦਰਬੈ ਨਾ ਵਿਲਾਸ ਹੈ। ਯਤਨ
ਕਰੀ ਜਾਏ ਧੰਨ ਧੰਨ ਕਹਿਣ ਦਾ, ਜੇਬ 'ਚ ਖਾਲੀ ਰਹੇਗੀ ਜੇ ਉਦਮ ਨਹੀਂ ਕਰਦਾ। ਤੋ ਇਸ ਵਾਸਤੇ ਮੇਰੇ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਆਕੁਲ ਰੀ ਬਾਈ, ਕੋਈ ਰੱਬ ਦੇ ਪਿਆਰੇ ਤਾਂ ਹੀ ਜੁੜੇ ਨੇ। ਉਹ ਜੇ ਉਹਦੀ ਕੁੱਲ ਹੁੰਦੀ ਫਿਰ ਮੁਸ਼ਕਲ ਸੀ, ਫਿਰ ਸਾਰੇ ਨਹੀਂ ਸੀ। ਹਾਂ, ਜਿਨ੍ਹਾਂ ਨੇ ਕੁੱਲ ਵਾਲਾ ਰੱਬ ਬਣਾਇਆ ਉਹ ਥਾਵਾਂ ਤੇ ਸਾਰੇ ਨਹੀਂ ਜਾ ਸਕਦੇ। ਜਿਨ੍ਹਾਂ ਨੇ ਆਪਣੇ ਮਜ਼ਹਬ ਵਾਲਾ ਰੱਬ ਬਣਾਇਆ ਉਹਨਾਂ ਦੇ ਹੈ ਥਾਂ, ਪਰ ਦੂਜਾ ਨਹੀਂ ਜਾ ਸਕਦਾ, ਕਿਉਂਕਿ ਨਿਰਧਾਰਤ ਕਰ ਲਿਆ, ਹੱਦ ਬਣਾ ਲਈ, ਅਹੱਦ ਪਰਮਾਤਮਾ ਦੀ ਹੱਦ ਬਣਾ ਲਈ, ਤੇ ਉਹ ਫਿਰ ਨਹੀਂ ਰਹਿ ਗਿਆ, ਉਹਦੀ ਹਸਤੀ ਨਹੀਂ ਰਹਿ ਗਈ ਫਿਰ ਉੱਥੇ। ਤੋ ਸਾਹਿਬ ਅਕੁੱਲ ਹੈ, ਨਾ ਤਤ ਹੈ, ਨਾ ਮਤ ਹੈ, ਨਾ ਜਾਤ ਹੈ, ਨਾ ਪਤ ਹੈ। ਉਹਦੀ ਜਾਤ ਨਹੀਂ, ਕੁੱਲ ਨਹੀਂ। ਇਹ ਨਹੀਂ ਕਹਿ ਸਕਦੇ ਫਲਾਣੇ ਥਾਂ ਤੇ ਰੱਬ ਜੰਮੇ, ਐਸਾ ਨਹੀਂ ਕਹਿ ਸਕਦੇ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਵੇਖੋ ਗੁਰੂ ਅਰਜੁਨ ਦੇਵ ਜੀ ਨੇ ਕਿਹਾ, ਸਾਹਿਬ ਕਹਿੰਦੇ ਉਹ ਮੂੰਹ ਸੜ ਜਾਏ, ਸੋ ਮੁਖ, ਇਹ ਬਾਣੀ ਦਾ ਬਚਨ ਹੈ, ਸਗਲ ਪਰਾਧ ਦੇ ਲਾਰੋਨੀ। ਜਿਹੜਾ ਰੱਬ ਸਾਨੂੰ ਪਾਲਦਾ ਹੈ, ਸਾਡੀ ਪਰਤ ਪਾਲਣਾ ਕਰਦਾ ਹੈ, ਤੇ ਬਹੁਤ ਵੱਡਾ ਅਪਰਾਧ ਹੈ ਕੋਈ ਉਹਨੂੰ ਪੰਘੂੜਾ ਤੇ ਕਹੇ ਵੀ ਮੈਂ ਰੱਬ ਨੂੰ ਪੰਘੂੜਾ ਚਲਾਉਣਾ ਹੈ। ਇਹ ਬਾਣੀ ਦੇ ਬੋਲ ਨੇ, ਸਗਲ ਪਰਾਧ ਦੇ ਲਾਰੋਨੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਮੇਰੇ ਸਾਹਿਬ ਕਹਿੰਦੇ ਉਹ ਜ਼ੁਬਾਨ ਸੜ ਜਾਏ, ਉਹ ਮੂੰਹ ਨੂੰ ਅੱਗ ਲੱਗ ਜਾਏ ਜਿਹੜਾ ਕਹਿੰਦਾ ਰੱਬ ਜੂਨੀ 'ਚ ਆਇਆ, ਰੱਬ ਜੂਨ 'ਚ ਪ੍ਰਗਟ ਹੋਇਆ। ਜੂਨ ਹੱਦ 'ਚ ਹੈ, ਜੂਨ ਜੰਮੇ ਮਰੇਗੀ, ਜੂਨ ਵਧੇ ਕਟੇਗੀ। ਤੋ ਸਾਹਿਬ ਕਹਿੰਦੇ ਉਹ ਅਕੁੱਲ ਰਮਈਆ ਅਕੁੱਲ ਰੀ ਬਾਈ। ਫਿਰ ਬਚਨ ਕੀਤਾ, ਜਿਉ ਆਕਾਸ਼ੈ ਪੰਖੀ ਅਲੋ, ਖੋਜ ਨਿਰਖਿਓ ਨਾ ਜਾਈ। ਭਗਤ ਜੀ ਕਹਿੰਦੇ ਅਦ੍ਰਿਸ਼ ਬਣੇ ਬਣਾਏ ਰਸਤੇ ਰੱਬ ਵੱਲ ਨਹੀਂ ਜਾਂਦੇ। ਚੱਲਾਂਗੇ ਰਸਤਾ ਬਣੇਗਾ। ਸੰਸਾਰ ਤੇ ਸਾਨੂੰ ਬਣੇ ਬਣਾਏ ਰੋਡ ਮਿਲ ਗਏ, 4 ਲੇਨ 6 ਲੇਨ, ਬਣੇ ਬਣਾਏ ਰਸਤੇ ਨੇ ਸੰਸਾਰ 'ਚ। ਰੱਬ ਕੋਈ ਬਣਿਆ ਬਣਾਇਆ ਰਸਤਾ ਨਹੀਂ ਹੈ, ਯਾਦ ਰੱਖਿਓ। ਜਿੰਨਾ ਚਿਰ ਤੱਕ ਸਾਡੀ ਮੌਜੂਦਗੀ ਨਹੀਂ, ਸਾਡਾ ਪ੍ਰੇਮ ਨਹੀਂ, ਉਹ ਧਿਆਨ ਦਾ ਰਸਤਾ ਰੋਡ ਲੈਸ ਹੈ। ਬਾਈ ਰੋਡ ਜਾਓਗੇ, ਬਾਈ ਏਅਰ ਜਾਓਗੇ, ਬਾਈ ਸੀ ਸਮੁੰਦਰ ਨਾਲ ਜਾਓਗੇ, ਕਿੱਥੇ ਪਹੁੰਚੋਗੇ? ਰੱਬ ਕੋਲ। ਜਹਾਜ਼ ਦੀਆਂ ਟਿਕਟਾਂ ਲੈ ਕੇ ਕਿੱਥੇ ਪਹੁੰਚਾਂਗੇ? ਇੱਕ ਦੇਸ਼ ਤੋਂ ਦੂਜੇ ਦੇਸ਼। ਬਾਈ ਰੋਡ ਜਾਵਾਂਗੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਦੇਸ਼ ਤੋਂ ਦੂਜੇ ਦੇਸ਼। ਇਹ ਨਹੀਂ ਕਹਿ ਸਕਦੇ ਪਿੱਥੋਂ ਚੱਲੇ ਸਾਂ ਉਹ ਰੱਬ ਦੇ ਘਰ ਪਹੁੰਚ ਗਏ। ਇਹ ਗੁਰਬਾਣੀ ਦੇ ਸਿਧਾਂਤ ਨਹੀਂ ਹੈ, ਇਹ ਗੁਰਬਾਣੀ ਦੇ ਫਲਸਫੇ ਨਹੀਂ ਹੈ। ਜਦੋਂ ਆਪਾਂ ਭਾਵ ਨਾਲ ਸਮਰਪਿਤ ਹੋ ਕੇ ਜਿਗਿਆਸੂ ਬਣ ਕੇ ਬਾਣੀ ਪੜ੍ਹਾਂ ਸੁਣਾਂਗੇ, ਬੜਾ ਵਿਕਾਸ ਹੈ, ਬੜਾ ਆਨੰਦ ਹੈ। ਭਰਮ ਦੇ ਪਰਦੇ ਗੁਰੂ ਖੋਲ ਦਿੰਦਾ। ਤੋ ਇਸ ਵਾਸਤੇ ਉਹ ਤਾਂ ਹੀ ਸਾਹਿਬ ਕਹਿੰਦੇ, ਮੰਨੈ ਮੱਘ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਮੱਘ ਰਸਤਾ, ਪੰਥ ਦਾ ਅਰਥ ਵੀ ਰਸਤਾ ਹੁੰਦਾ, ਪੰਥ ਦਾ ਅਰਥ ਜਮਾਤ ਵੀ ਹੁੰਦਾ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਬਣਿਆ ਬਣਾਇਆ ਰਾਹ ਨਹੀਂ ਹੈ ਵੀ ਬਸ ਅਸੀਂ ਲੱਭਦੇ ਬਣੇ ਬਣਾਏ ਆ। ਉਹ ਰੋਡ ਲੈਸ ਹੈ, ਧਿਆਨ ਪ੍ਰੇਮ, ਉੱਥੇ ਚੱਲਾਂਗੇ ਰਸਤਾ ਬਣੇਗਾ। ਜੋ ਸਾਹਿਬ ਕਹਿੰਦੇ, ਜਿਉਂ ਆਕਾਸ਼ ਹੈ ਪੰਖੀ ਅਲੋ। ਪੰਖੀ ਆਕਾਸ਼ ਵਿੱਚ ਉੱਡਦਾ ਹੈ, ਉੱਡਦਾ ਹੈ ਆਕਾਸ਼ ਵਿੱਚ, ਜਿਵੇਂ ਜਿਵੇਂ ਜਾਂਦਾ ਹੈ ਉੱਥੇ ਉਡਾਰੀ ਭਰਦਾ ਹੈ। ਖੋਜ ਨਿਰਖਿਓ ਨਾ, ਖੋਜ ਕਹਿੰਦੇ ਨੇ ਪੈੜ, ਪੈੜ ਖੋਜ, ਪੈੜ ਨਿਸ਼ਾਨ ਕਹਿ ਲਈਏ। ਇੱਕ ਪੰਛੀ ਆਕਾਸ਼ ਵਿੱਚ ਉੱਡਿਆ ਹੈ, ਉਹਦੇ ਪਿੱਛੇ ਨਿਸ਼ਾਨ ਥੋੜ੍ਹਾ ਕੋਈ ਪਏ ਨੇ।
ਵੀ ਉਹਨਾਂ ਨਿਸ਼ਾਨਾਂ ਤੇ ਦੂਜਾ ਪੰਛੀ ਨਹੀਂ। ਆਕਾਸ਼ ਖੁੱਲ੍ਹਾ ਹੈ, ਪੰਛੀ ਉਡਾਰੀ ਮਾਰਦੇ ਨੇ। ਖੋਜ ਨਿਰਖਿਓ ਨਾ ਜਾਈ, ਉਹਦੀ ਪੈੜ ਨਹੀਂ ਲੱਭੀ ਜਾ ਸਕਦੀ। ਸਾਹਿਬ ਕਹਿੰਦੇ ਇਸੇ ਤਰ੍ਹਾਂ ਰੱਬ ਦੀਆਂ ਪੈੜਾਂ ਆਪਾਂ ਨਹੀਂ ਬਾਹਰੀ ਤੌਰ 'ਤੇ ਲੱਭ ਸਕਦੇ ਵੀ ਇਹ ਥਾਂ ਇਹ ਥਾਂ। ਹਾਂ, ਜਿੱਥੇ ਸੰਗਤ ਹੈ, ਜਿੱਥੇ ਗੁਰੂ ਦੇ ਚਰਨ ਪਏ ਨੇ, ਜਿੱਥੇ ਗੁਰੂ ਦਾ ਇਤਿਹਾਸ, ਗੁਰੂ, ਜੇ ਆਪਾਂ ਆਪਣੀ ਗੱਲ ਕਰਦੇ ਹਾਂ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪ, ਆਹ ਥਾਂ ਪਵਿੱਤਰ ਕਿਉਂ ਹੈ? ਇੱਟਾਂ ਤੇ ਉਹੀ ਹੈ ਜਿਹੜੀਆਂ ਹੋਟਲ 'ਚ ਲੱਗੀਆਂ ਹੋਣਗੀਆਂ, ਸੰਗਮਰਮਰ ਵੀ ਉਹੀ ਹੈ, ਸਾਡੇ ਘਰਾਂ 'ਚ ਵੀ ਲੱਗਾ ਹੈ। ਗਲੀਚੇ ਮੈਟ ਹੋ ਸਕਦਾ ਕਿਸੇ ਅਮੀਰ ਦੇ ਘਰ 'ਚ, ਇੱਥੋਂ ਵੀ ਕੀਮਤੀ ਹੋਣ। ਇਹ ਗੱਲ ਨਹੀਂ ਹੈ। ਗੱਲ ਇੱਥੇ ਵਰਤਦਾ ਹੈ ਜੋ ਗੱਲ ਇੱਥੇ ਪ੍ਰਕਾਸ਼, ਰੂਹਾਨੀਅਤ, ਸੋਝੀ, ਮਨ ਦੀ ਸ਼ਾਂਤੀ, ਗਿਆਨ, ਉਹ ਪਵਿੱਤਰਤਾ ਹੈ। ਮੈਲਾ ਮਲਤਾ ਇਹ ਸੰਸਾਰੇ ਚੀਜ਼ਾਂ ਤੇ ਮੈਲੀਆਂ ਨੇ, ਬਾਅਦ ਘਾਟ ਹੋਏਗੀ, ਵਾਈਟ ਵਾਸ਼ ਕਰਨਾ ਪਏਗਾ। ਫਿਰ ਇੱਕ ਹਰ ਨਿਰਮਲ ਜਾਗ ਕਾ ਅੰਤ ਨਾ ਪਾਰ, ਨਿਰਮਲਤਾ ਹੀ ਹੈ ਉਸ ਦੀ ਛੋਚ, ਉਸ ਆਤਮ 'ਚ, ਉਸ ਸਪਰਸ਼ਤਾ 'ਚ, ਉਸ ਆਭੂਤੀ 'ਚ, ਉਸ ਆਨੰਦ ਵਿੱਚ, ਉਸ ਵਿਗਾਸ ਵਿੱਚ, ਉੱਥੇ ਹੈ ਪਵਿੱਤਰਤਾ। ਲੱਭਣੀ ਵੀ ਉੱਥੋਂ ਪਏਗੀ ਸਾਨੂੰ। ਅਜੇ ਤੇ ਬਾਹਰ ਦੀ ਟੁੱਬੀ ਹੈ। ਤਾਂ ਮੇਰੇ ਗੁਰਦੇਵ ਬਖਸ਼ਿਸ਼ ਕਰਦੇ ਨੇ, ਜਿਉਂ ਜਲ ਮਾਝੈ ਮਾਛਲੋ, ਮਾਰਗ ਪੇਖਣੋਂ ਨਾ ਜਾਈ। ਆਕਾਸ਼ ਵਿੱਚ ਪੰਛੀ ਉੱਡਿਆ, ਪੈੜ ਨਹੀਂ, ਉੜਦਾ ਜਾਏ, ਉੜਦਾ ਜਾਏ, ਉੜਦਾ ਜਾਏ, ਬੜਾ ਆਨੰਦ ਲਏਗਾ, ਪਰ ਆਕਾਸ਼ ਤੋਂ ਪਾਰ ਨਹੀਂ ਜਾ ਸਕਦਾ। ਉਹਦੀ ਸਿਫਤ ਦਾ ਅੰਤ ਨਹੀਂ ਹੈ। ਰੱਬ ਦੇ ਪਿਆਰਾ ਮਾਣਦਾ ਗਿਆ, ਮਾਣਦਾ ਗਿਆ, ਮਾਣਦਾ ਗਿਆ। ਕੀ ਖੋਜ ਲੱਭੀਏ, ਕੀ ਅੰਤ ਲੱਭੀਏ, ਕੀ ਪੈੜ ਲੱਭੀਏ? ਜਿਉਂ ਜਲ ਮਾਝੈ ਮਾਛਲੋ, ਜਿਵੇਂ ਪਾਣੀ ਦੇ ਵਿੱਚ ਕੋਈ ਮੱਛ ਹੈ, ਕੋਈ ਮੱਛੀ ਹੈ, ਮਾਰਗ ਪੇਖਣੋਂ ਨਾ ਜਾਈ, ਉਹ ਤਰਦੀ ਹੈ, ਉਹਦੇ ਪਿੱਛੇ ਰਸਤਾ ਨਹੀਂ ਬਣਦਾ। ਜਾਂ ਪਹਿਲੋਂ ਬਣੇ ਰਸਤੇ ਤੇ ਤਰਦੀ ਨਹੀਂ ਹੈ। ਪਾਣੀ ਹੈ, ਪਾਣੀ 'ਚ ਕੀ ਰਸਤਾ ਬਣੇਗਾ? ਤਰੇਗੀ, ਰਸਤਾ ਬਣੇਗਾ। ਪੰਛੀ ਉੱਡੇਗਾ, ਅੱਗੇ ਚੱਲੇਗਾ। ਬਸ ਇਸੇ ਤਰ੍ਹਾਂ ਉਹ ਮਾਰਗ, ਉਹ ਧਿਆਨ ਦਾ, ਪ੍ਰੇਮ ਦਾ, ਅਣ ਦਿਸਦਾ ਹੈ। ਉਹ ਤੇ ਜਿਹੜਾ ਮਾਣੇਗਾ ਉਸ ਨੂੰ ਉਹ ਜਾਣੇਗਾ। ਪਹਿਲੋਂ ਮੰਨਣਾ ਹੈ, ਫਿਰ ਜਾਣਨਾ ਹੈ। ਸੰਸਾਰ ਨੂੰ ਪਹਿਲੋਂ ਜਾਣਦੇ ਹਾਂ, ਪਰਖਦੇ ਹਾਂ। ਮਾਰਕੀਟ 'ਚੋਂ ਕੋਈ ਚੀਜ਼ ਲੈਣੀ ਹੈ ਖਾਣ ਦੀ, ਆਪਾਂ ਵੇਖਦੇ ਇਹਦੇ 'ਚ ਕੀ ਕੁਝ ਹੈ, ਲਿਖਿਆ ਹੁੰਦਾ ਉਹਦੇ 'ਤੇ, ਪਰਖ ਕਰਦੇ ਹਾਂ। ਪਰ ਐਸਾ ਸੰਸਾਰ ਨਾਲ ਸੰਬੰਧਿਤ ਹੈ। ਪਹਿਲੋਂ ਜਾਣੋ ਫਿਰ ਮਾਣੋ। ਮਾਲਕ ਨਾਲ ਸੰਬੰਧਿਤ ਹੈ। ਮਾਣਿਆ ਜਿਨ੍ਹਾਂ ਨੇ, ਉਹਨਾਂ ਨਹੀਂ ਜਾਣਿਆ। ਜਿਹਨੇ ਮਾਣਿਆ ਹੀ ਨਹੀਂ, ਜਾਣਕਾਰੀਆਂ ਤੇ ਬੜੀਆਂ ਸੀ। ਤੋਂ ਜਿਉਂ ਜਲ ਮਾਝੈ ਮਾਛਲੋ, ਮਾਰਗ ਪੇਖਣੋਂ ਨਾ ਜਾਈ। ਉਹਦਾ ਰਸਤਾ ਨਹੀਂ ਹੈ ਕੋਈ। ਤੋ ਸਾਹਿਬ ਕਹਿੰਦੇ ਇਸੇ ਤਰ੍ਹਾਂ ਉਹਦਾ ਕੋਈ ਰੂਪ ਰੰਗ ਨਹੀਂ ਹੈ, ਕੋਈ ਪੈੜ ਨਹੀਂ ਲੱਭ ਸਕਦਾ। ਵੈਸੇ ਤੇ ਸਾਖੀਆਂ ਨੇ, ਉਹ ਸਾਡੇ 'ਚ ਵੀ ਨੇ ਵੀ ਹਿਮਾਲਿਆ ਤੋਂ ਰਾਹ ਚੜ੍ਹੇ ਗੁਰੂ ਨਾਨਕ, ਉਹ ਪਹੁੰਚ ਗਏ ਗੋਰਖ ਕੋਲ ਅੱਗੇ ਸੱਚਖੰਡ। ਇਹ ਬੰਦੇ ਦੀਆਂ ਬਣਾਈਆਂ ਗੱਲਾਂ ਨੇ, ਬਾਣੀ ਨਾਲ ਮੇਲ ਨਹੀਂ ਖਾਂਦੀਆਂ। ਸੁਣ ਰਹੇ ਹਾਂ ਅਸੀਂ, ਚੰਗੀਆਂ ਲੱਗਦੀਆਂ ਨੇ, ਰੋਚਕਤਾ ਹੈ ਬਸ। ਗਿਆਨ ਗੁਰ ਸ਼ਬਦ ਹੈ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਕਹਾਣੀ ਸੁਣਨੀ ਕਿਉਂ ਚੰਗੀ ਲੱਗਦੀ ਹੈ? ਰੋਚਕਤਾ ਹੈ। ਨਿਰੋਲ ਸ਼ਬਦ ਦੀ ਵਿਚਾਰ ਬੇਰਸੀ ਹੁੰਦੀ ਹੈ, ਮਾਫ ਕਰਨਾ ਲੱਗਦੀ ਹੈ। ਅਜੇ ਤੇ ਚਲੋ ਸਾਨੂੰ ਵਿੱਚ ਕੁਝ ਦ੍ਰਿਸ਼ਟਾਂਤ, ਉਦਾਹਰਨਾਂ ਦੇਣੀਆਂ ਪੈਂਦੀਆਂ, ਕਿਉਂਕਿ ਨਿਰੋਲ, ਫਿਰ ਕਿਉਂਕਿ ਉਹ ਅਨੁਭਵ ਨਹੀਂ ਹੁੰਦਾ। ਕਹਾਣੀ ਸੁਣਾਉਂਦਾ ਹੈ ਕੋਈ ਸਾਖੀ ਆਪਣੇ ਵੱਲੋਂ ਵੀ ਬਣਾ ਕੇ ਸੁਣਾਉਂਦੇ ਨੇ, ਰੋਚਕਤਾ। ਖੈਰ, ਤੋ ਮੇਰੇ ਸਾਹਿਬ ਜੀ ਆਖਦੇ ਨੇ, ਜਿਉਂ ਆਕਾਸ਼ੈ ਘੜੂ ਵੱਲੋਂ ਮਿਰਗ ਤ੍ਰਿਸ਼ਨਾ ਭਰਿਆ। ਜਿਵੇਂ ਆਕਾਸ਼ ਵਿੱਚ
ਘੜੂ ਵੱਲੋਂ ਘੜਾ ਬੱਦਲ ਭਰਿਆ ਪਾਣੀ ਨਾਲ, ਪਰ ਉਹ ਅਟਕਿਆ ਨਹੀਂ ਹੈ ਕਿਤੇ, ਇੱਧਰ ਚਲਾ ਜਾਏ ਉੱਧਰ ਚਲਾ ਜਾਏ। ਮਿਰਗ ਤ੍ਰਿਸ਼ਨਾ ਭਰਿਆ, ਜਿਵੇਂ ਮਿਰਗ ਤ੍ਰਿਸ਼ਨਾ ਦੇ ਵਿੱਚ ਭਰਿਆ ਹੋਇਆ ਭੁਲੇਖੇ 'ਚ ਹੈ, ਇਸੇ ਤਰ੍ਹਾਂ ਭੁਲੇਖਾ ਹੈ ਬਹੁਤ ਵੱਡਾ, ਬਹੁਤ ਵੱਡਾ, ਬਾਹਰ ਦਾ, ਸੰਸਾਰ ਦਾ, ਦਿਸਦੇ ਦਾ, ਆਕਾਰ ਦਾ, ਹੱਦਾਂ ਵਾਲੇ ਦਾ। ਇਹ ਭਰਮ ਹੈ। ਤੋ ਨਾਮੇ 'ਚ ਸੁਆਮੀ ਬੀਠਲੋ ਜਿਨ ਤੀਨੈ ਜਰਿਆ। ਭਗਤ ਨਾਮਦੇਵ ਜੀ ਕਹਿੰਦੇ ਮੇਰਾ ਸੁਆਮੀ ਬੀਠਲ ਮਾਲਕ ਵਾਹਿਗੁਰੂ, ਜਿਨ ਜਿਸ ਨੇ ਤੀਨੇ ਤਿੰਨ ਤਾਪ ਆਦ ਵਿਆਦ ਉਪਾਦ, ਤਿੰਨ ਮਾਇਆ ਦੇ ਪ੍ਰਭਾਵ ਰਜ ਗੁਣ ਤਮ ਗੁਣ ਸਤ ਗੁਣ ਜਰਿਆ ਜ਼ਾਰ ਦਿੱਤੇ। ਮੈਂ ਐਸੇ ਮਾਲਕ ਵਾਹਿਗੁਰੂ ਨਾਲ ਸਾਂਝ ਪਾਉਣਾ ਜਿਨ੍ਹੇ ਤਾਪ ਸੰਤਾਪ ਇਸ ਮੈਲੇ ਮਲ ਤੇ ਸੰਸਾਰ ਦਾ ਪ੍ਰਭਾਵ ਸਾੜ ਦਿੱਤਾ ਹੈ। ਐਸਾ ਬੇਅੰਤ ਵਾਹਿਗੁਰੂ ਕਿੰਨੇ ਪਿਆਰੇ ਸ਼ਬਦਾਂ 'ਚ, ਕਿੰਨੇ ਪਿਆਰੇ ਢੰਗ ਨਾਲ ਭਗਤ ਨਾਮਦੇਵ ਜੀ ਨੇ ਉਸ ਬੇਅੰਤ, ਉਸ ਨਿਰਗੁਣ ਅਕੁੱਲ ਰਮੇ ਹੋਏ ਮਾਲਕ ਦੀ ਮਹਿਮਾ ਗਾਈ ਹੈ। ਜਿੰਨੀ ਗਾਵਾਂ ਸੁਣਾਂਗੇ ਘੱਟ ਹੈ, ਥੋੜ੍ਹੀ ਹੈ। ਗੁਰਦੇਵ ਇਹ ਦਾਤ ਸਾਨੂੰ ਨਿਰੰਤਰ ਬਖਸ਼ਣ। ਸਭਨਾਂ ਦੀ ਸੇਵਾ ਕਾਲ ਸਤਿਗੁਰੂ ਥਾਂ ਪਾਉਣ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ